ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਉਪਵਨਪ੍ਰੀਤ ਕੌਰ ਅਜੀਤ ਵੀਜ਼ਾ ਸਰਵਿਸਿਜ਼ ਤੋਂ ਉਮੀਦ ਕਰਦੀ ਹਾਂ ਤੁਸੀਂ ਸਭ ਤੰਦਰੁਸਤ ਹੋਵੋਗੇ ਅਤੇ ਚੜ੍ਹਦੀ ਕਲਾ ਵਿੱਚ ਹੋਵੋਗੇ। ਜਿੱਦਾਂ ਕਿ ਅਸੀਂ ਪਹਿਲਾਂ ਵੀ SOP ਦੇ ਉੱਤੇ ਐਪੀਸੋਡ ਸਾਡੇ ਚੱਲ ਰਹੇ ਨੇ। ਟੁਡੇ ਇਜ਼ ਦ ਥਰਡ ਪਾਰਟ ਵੀ ਵਿਲ ਬੀ ਡਿਸਕਸਿੰਗ। ਅਗਰ ਤੁਸੀਂ ਪਹਿਲਾਂ ਵਾਲੇ 2 ਪਾਰਟਸ ਨਹੀਂ ਦੇਖੇ ਤਾਂ ਜ਼ਰੂਰ ਦੇਖ ਲਓ ਸੋ ਦੈਟ ਤੁਹਾਨੂੰ ਵੀ ਪਤਾ ਚੱਲ ਸਕੇ, ਕੰਟੀਨਿਊਟੀ ਬਣ ਸਕੇ ਤੁਹਾਡੀ ਵੀ। ਸੋ ਟੁਡੇ ਵੀ ਵਿਲ ਬੀ ਡਿਸਕਸਿੰਗ ਅਬਾਊਟ ਦ ਥਰਡ ਪਾਰਟ, ਜਿਹਦੇ ਵਿੱਚ ਕਿ ਅਗਰ ਤਾਂ ਤੁਹਾਡਾ ਕੋਈ ਪ੍ਰੋਫੈਸ਼ਨਲ ਬੈਕਗਰਾਊਂਡ ਹੈ ਤਾਂ ਤੁਸੀਂ ਉਹਦੇ ਬਾਰੇ ਡਿਸਕਸ ਕਰ ਸਕਦੇ ਹੋ। ਅਗਰ ਤੁਸੀਂ ਇਨ ਡਿਟੇਲ ਡਿਸਕਸ ਕਰਨਾ ਚਾਹੁੰਦੇ ਹੋ, ਮੈਂ ਪ੍ਰੈਫਰ ਕਰਾਂਗੀ ਕਿ ਤੁਸੀਂ ਇਨ ਡਿਟੇਲ ਹੀ ਡਿਸਕਸ ਕਰੋ ਆਪਣਾ ਪ੍ਰੋਫੈਸ਼ਨਲ ਬੈਕਗਰਾਊਂਡ। ਦੋ ਕੁਝ ਲੋਕ ਉਹਨੂੰ ਇੰਟਰੋਡਕਸ਼ਨ 'ਚ ਵੀ ਕਰ ਦਿੰਦੇ ਨੇ ਡਿਸਕਸ, ਬਟ ਅਗਰ ਤੁਸੀਂ ਉਹਨੂੰ ਪ੍ਰੋਪਰਲੀ ਉਹਦੀ ਰੈਲੇਵੈਂਸੀ ਦਿਖਾਉਣਾ ਚਾਹੁੰਦੇ ਹੋ ਆਪਣੇ ਕੋਰਸ ਦੇ ਨਾਲ, ਜਾਂ ਫਿਰ ਉਹਦਾ ਤੁਸੀਂ ਦਿਖਾਉਣਾ ਚਾਹੁੰਦੇ ਹੋ ਕਿ ਇੰਪੈਕਟ ਰਿਹਾ, ਵਾਈ ਆਰ ਯੂ ਗੋਇੰਗ ਫॉर ਫਰਦਰ ਸਟੱਡੀਜ਼, ਤਾਂ ਤੁਸੀਂ ਪ੍ਰੋਫੈਸ਼ਨਲ ਬੈਕਗਰਾਊਂਡ ਦੇ ਉੱਤੇ ਡਿਸਕਸ ਕਰ ਸਕਦੇ ਹੋ ਆਪਣੀ SOP ਦੇ ਵਿੱਚ। ਆਪਾਂ ਪ੍ਰੋਫੈਸ਼ਨਲ ਐਕਸਪੀਰੀਅੰਸ ਦੀ ਗੱਲ ਕਰੀਏ ਤਾਂ ਆਈ ਵੁੱਡ ਸੁਜੈਸਟ ਕਿ ਤੁਸੀਂ ਉਹਦੇ ਵਿੱਚ ਆਪਣੀ ਜੌਬ ਡਿਊਟੀਜ਼ ਜਾਂ ਰਿਸਪੌਂਸਿਬਿਲਿਟੀਜ਼ ਵੀ ਪਾ ਸਕਦੇ ਹੋ ਟੂ ਮੇਕ ਇਟ ਰੈਲੇਵੈਂਟ ਵਿਦ ਦ ਚੋਜ਼ਨ ਕੋਰਸ। ਜਾਂ ਫਿਰ ਤੁਸੀਂ ਇਹ ਦੱਸ ਸਕਦੇ ਹੋ ਕਿ ਤੁਹਾਡੇ ਪ੍ਰੋਫੈਸ਼ਨਲ ਐਕਸਪੀਰੀਅੰਸ ਤੋਂ ਤੁਸੀਂ ਕੀ ਸਿੱਖਿਆ, ਕਿ ਕਿਉਂ ਤੁਸੀਂ ਮੋਟੀਵੇਟ ਹੋਏ ਹੋ ਅਗਲਾ ਆਪਣਾ ਕੋਰਸ ਚੂਜ਼ ਕਰਨ ਲਈ। ਅਗਰ ਤੁਹਾਡਾ ਪ੍ਰੋਫੈਸ਼ਨਲ ਐਕਸਪੀਰੀਅੰਸ ਨਹੀਂ ਹੈ the next part in your SOP is why not India, or why have you chosen to study abroad। ਹੁਣ why have you chosen to study abroad ਦੇ ਵਿੱਚ ਬਹੁਤ ਸਾਰਾ ਮਟੀਰੀਅਲ ਬੱਚੇ ਜੋ ਹੈ ਪਹਿਲਾਂ ਵਾਲੀ SOPs ਦੇ ਵਿੱਚ ਕੱਟ ਕਾਪੀ ਪੇਸਟਡ ਪਾ ਦਿੰਦੇ ਸੀਗੇ, ਜੋ ਕਿ ਆਲਰੇਡੀ ਇਮੀਗ੍ਰੇਸ਼ਨ ਆਫਿਸਰਸ ਪੜ੍ਹ ਕੇ ਸ਼ਾਇਦ ਥੱਕ ਚੁੱਕੇ ਹੋਣਗੇ, ਬਿਕੋਜ਼ ਸੇਮ ਮਟੀਰੀਅਲ ਹੀ ਜਾ ਰਿਹਾ ਹੈ ਉਹਨਾਂ ਕੋਲ। ਈਵਨ ਜਿਹੜੇ ਸਟੂਡੈਂਟ ਸਾਡੇ ਕੋਲ ਵੀ ਰਿਫਿਊਜ਼ਲ ਕੇਸਿਸ ਵਾਲੇ ਆਉਂਦੇ ਹਨ, ਜਿਹੜੇ ਆਪਣੀ ਅਸੀਂ ਉਹਨਾਂ ਦੀ SOP 'ਤੇ ਜ਼ਰੂਰ ਐਮਫਸਾਈਜ਼ ਕਰੀਦਾ, ਪਹਿਲਾਂ ਉਹਨਾਂ ਦੀ SOP ਪੜ੍ਹੀ ਦੀ ਹੈ ਸੋ ਦੈਟ ਵੀ ਕੈਨ ਨੋ ਕਿ ਕਿੱਥੇ ਉਹਨਾਂ ਦੀ ਪ੍ਰੋਬਲਮ ਹੋਈ ਹੈ ਕੇਸ ਦੇ ਵਿੱਚ। ਤਾਂ ਫਿਰ ਸਾਨੂੰ ਵੀ ਇਹੀ ਦਿਖਦਾ ਹੈ ਕਿ ਮੋਸਟਲੀ ਜਿਹੜੀ SOP ਹੁੰਦੀ ਹੈ ਕੱਟ ਕਾਪੀ ਪੇਸਟਡ ਹੁੰਦੀ ਹੈ। ਸੋ ਇੰਸਟੈਡ ਆਫ ਮੇਕਿੰਗ ਇਟ ਏ ਕੱਟ ਕਾਪੀ ਪੇਸਟਡ SOP, ਤੁਸੀਂ ਇੱਕ ਰੀਅਲਿਸਟਿਕ SOP ਪ੍ਰੈਜ਼ੈਂਟ ਕਰੋ ਇਮੀਗ੍ਰੇਸ਼ਨ ਆਫਿਸਰ ਦੇ ਸਾਹਮਣੇ। ਹੁਣ ਰੀਅਲਿਸਟਿਕ ਪਿਕਚਰ ਦੇ ਵਿੱਚ ਤੁਸੀਂ ਜ਼ਰੂਰੀ ਨਹੀਂ ਹੈ ਕਿ ਇੰਡੀਆ ਦੇ ਐਜੂਕੇਸ਼ਨ ਸਿਸਟਮ ਦੇ ਬਾਰੇ ਬੈਕ ਬਿਚਿੰਗ ਹੀ ਕਰਨੀ ਹੈ ਜਾਂ ਤੁਸੀਂ ਉਹਦੇ ਬਾਰੇ 'ਚ ਗਲਤ ਹੀ ਬੋਲਣਾ ਹੈ। ਯੂ ਕੈਨ ਸਪੀਕ ਇਨ ਅ ਪੋਲਿਸ਼ਡ ਮੈਨਰ। ਤੁਸੀਂ ਪੋਲਿਸ਼ਡ ਮੈਨਰ 'ਚ ਇਹ ਦੱਸ ਸਕਦੇ ਹੋ ਕਿ ਕਿਵੇਂ ਤੁਹਾਡੀ ਅਬਰੋਡ ਦੀ ਐਜੂਕੇਸ਼ਨ ਤੁਹਾਨੂੰ ਅੱਗੇ ਫਿਊਚਰ ਦੇ ਵਿੱਚ ਹੈਲਪ ਕਰੇਗੀ, ਕਿਵੇਂ ਤੁਹਾਨੂੰ ਉਹਦਾ ਐਡਵਾਂਟੇਜ ਮਿਲੇਗਾ। ਜਾਂ ਫਿਰ ਤੁਸੀਂ ਇਹ ਦੱਸ ਸਕਦੇ ਹੋ ਕਿ ਇੰਡੀਅਨ ਐਜੂਕੇਸ਼ਨ ਸਿਸਟਮ ਐਂਡ ਅਬਰੋਡ ਐਜੂਕੇਸ਼ਨ ਸਿਸਟਮ ਦਾ ਕੰਪੈਰੀਜ਼ਨ ਤੁਸੀਂ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਉੱਥੇ ਜੋ ਚੀਜ਼ਾਂ ਫੋਲੋ ਹੁੰਦੀਆਂ ਹਨ ਜੋ ਇੰਡੀਆ 'ਚ ਨਹੀਂ ਫੋਲੋ ਹੁੰਦੀਆਂ। ਅਗਰ ਆਪਾਂ ਲੈਬੋਰੇਟਰੀਜ਼ ਦੀ ਗੱਲ ਕਰੀਏ ਤਾਂ ਉੱਥੇ ਟੈਕਨੀਕਸ ਜਿਹੜੀਆਂ ਨੇ ਉਹ ਐਡਵਾਂਸਡ ਟੈਕਨੀਕਸ ਨੇ। ਜਾਂ ਫਿਰ ਆਪਾਂ ਗੱਲ ਕਰ ਸਕਦੇ ਹਾਂ ਕਿ ਜਿਹੜੇ ਇੰਡੀਆ ਦੇ ਹਾਈ ਰੈਂਕਡ ਇੰਸਟੀਟਿਊਟਸ ਨੇ ਉਹਨਾਂ ਦੇ ਅਗਰ ਆਪਾਂ ਸੇਮ ਫੀ ਸਟਰਕਚਰ 'ਚ ਹੀ ਜਾਣਾ ਹੈ ਤਾਂ ਆਪਾਂ ਅਬਰੋਡ ਜਾ ਕੇ ਪੜ੍ਹ ਸਕਦੇ ਹਾਂ। ਜਾਂ ਆਪਾਂ ਇਹ ਗੱਲ ਕਰ ਸਕਦੇ ਹਾਂ ਕਿ ਅੱਜ ਦੀ ਮਲਟੀਨੈਸ਼ਨਲ ਕੰਪਨੀਜ਼ ਜਿਹੜੀਆਂ ਉਹ ਪ੍ਰੈਫਰ ਕਰਦੀਆਂ ਹਨ ਉਹ ਸਟੂਡੈਂਟਸ ਨੂੰ ਜਿਹੜੇ ਕਿ ਇੰਟਰਨੈਸ਼ਨਲੀ ਸਟੱਡੀਡ ਹੁੰਦੇ ਹਨ। ਸੋ ਇਨ ਦਾ ਐਂਡ ਆਈ ਵੁੱਡ ਲਾਈਕ ਟੂ ਸੇ ਕਿ ਇੰਸਟੈਡ ਤੁਸੀਂ ਆਪਣੀ ਜਿਹੜੀ SOP ਹੈ ਬਾਰ-ਬਾਰ ਇੱਕੋ ਹੀ ਮਟੀਰੀਅਲ ਨਾਲ ਪ੍ਰੈਜ਼ੈਂਟ ਕਰੋ। ਬੈਟਰ ਹੈ ਤੁਸੀਂ ਇਹਨੂੰ ਇੱਕ ਰੀਅਲਿਸਟਿਕ ਪਿਕਚਰ, ਇੱਕ ਉਹ ਪਿਕਚਰ ਪ੍ਰੈਜ਼ੈਂਟ ਕਰੋ ਆਪਣੇ ਵੀਜ਼ਾ ਆਫਿਸਰ ਦੇ ਸਾਹਮਣੇ ਕਿ ਉਹਨਾਂ ਨੂੰ ਵੀ ਲੱਗ ਸਕੇ ਕਿ ਇਹ ਤੁਹਾਡੀ ਆਪਣੀ ਸਟੋਰੀ ਹੈ, ਕਿਸੇ ਹੋਰ ਦੀ ਨਹੀਂ ਹੈ। ਇਟ ਸ਼ੁੱਡ ਬੀ ਯੋਰ ਓਨ ਸਟੋਰੀ। ਸੋ ਅਜੀਤ ਵੀਜ਼ਾ ਸਰਵਿਸਿਜ਼ 'ਚ ਅਸੀਂ ਬਹੁਤ ਜ਼ਿਆਦਾ ਐਮਫਸਾਈਜ਼ ਕਰਦੇ ਹਾਂ SOPs ਦੇ ਉੱਤੇ। ਈਵਨ ਇਫ ਯੂ ਆਰ ਫੇਸਿੰਗ ਐਨੀ ਪ੍ਰੋਬਲਮ ਇਨ ਯੋਰ SOP ਤਾਂ ਤੁਸੀਂ ਯੂ ਆਰ ਮੋਸਟ ਵੈਲਕਮ ਵਿਦ ਅਸ। ਅਗਰ ਤੁਹਾਡੀ ਐਪਲੀਕੇਸ਼ਨ ਪਹਿਲਾਂ ਰਿਫਿਊਜ਼ਡ ਹੈ ਤੁਸੀਂ ਤਾਂ ਵੀ ਸਾਨੂੰ ਕੰਟੈਕਟ ਕਰ ਸਕਦੇ ਹੋ ਸੋ ਦੈਟ ਅਸੀਂ ਤੁਹਾਨੂੰ ਹੈਲਪ ਕਰ ਪਾਈਏ ਵਿਦ ਅ ਬੈਟਰ SOP ਐਂਡ ਵਿਦ ਬੈਟਰ ਫਾਈਲਿੰਗ। Now this was the end of this episode. Tomorrow we will discuss the next part of the SOP, that is why not any other country, or why that particular country. Till that time, thank you so very much for watching. Take care.